ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਡਾ ਕੱਲ੍ਹ ਪੇਪਰ ਖੇਤੀਬਾੜੀ ਦਾ ਹੈ, ਉਹਦੇ ਵਿੱਚ ਤੁਹਾਡੀ ਯੂਨਿਟ 1 ਦੇ ਵਿੱਚੋਂ ਹੌਰਟੀਕਲਚਰ ਦੇ ਵਿੱਚੋਂ ਹੀ ਪ੍ਰਸ਼ਨ ਉੱਤਰ ਪਾਏ ਜਾਣਗੇ। ਉਹਦੀ ਬੇਸਿਕ ਜੀ ਇੰਟਰੋਡਕਸ਼ਨ ਕੀ ਹੈ। ਹੌਰਟੀਕਲਚਰ, ਜਿਸ ਨੂੰ ਆਪਾਂ ਪੰਜਾਬੀ ਵਿੱਚ ਬਾਗਬਾਨੀ ਕਹਿੰਦੇ ਹਾਂ। ਬਾਗਬਾਨੀ ਇੱਕ ਵਿਗਿਆਨ ਹੈ ਅਤੇ ਨਾਲ ਹੀ ਬਾਗਬਾਨੀ ਫਸਲਾਂ ਦੇ ਉਤਪਾਦਨ, ਵਰਤੋਂ ਅਤੇ ਸੁਧਾਰ ਦੀ ਇੱਕ ਕਲਾ ਹੈ। ਜਿਵੇਂ ਕਿ ਫਲ, ਸਬਜ਼ੀਆਂ, ਮਸਾਲੇ, ਸਜਾਵਟੀ ਪੌਦੇ ਲਾਉਣਾ ਅਤੇ ਖੂਬਸੂਰਤ ਪੌਦੇ ਲਾਉਣਾ। ਬਾਗਬਾਨੀ ਹੌਰਟੀਕਲਚਰ, ਇਸ ਦੇ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਹੀ ਪੜ੍ਹਾਈ ਕੀਤੀ ਜਾਂਦੀ ਹੈ। ਫਲਾਂ ਅਤੇ ਸਬਜ਼ੀਆਂ ਤੋਂ ਦਵਾਈਆਂ, ਇੰਪੋਰਟ ਐਕਸਪੋਰਟ ਦਾ ਕੰਮ ਇਹ ਸਭ ਲਿਆ ਜਾਂਦਾ ਹੈ। ਆਯਾਤ ਨਿਰਯਾਤ, ਇਹ ਬਹੁਤ ਹੀ ਵਧੀਆ ਕਮਾਈ ਦਾ ਸਾਧਨ ਹੈ। ਬਾਗਬਾਨੀ ਫਸਲਾਂ ਨੂੰ ਪੌਦੇ ਲਾਉਣਾ, ਅੰਤਰ ਸੱਭਿਆਚਾਰ ਸੰਚਾਲਨ ਕਰਨਾ, ਵਾਧੇ ਦੀ ਹੇਰਾਫੇਰੀ, ਮਾਰਕੀਟਿੰਗ, ਸਟੋਰੇਜ, ਪ੍ਰੋਸੈਸਿੰਗ, ਇਹ ਸਭ ਪੜ੍ਹਾਇਆ ਜਾਂਦਾ ਹੈ। ਇਹਦੀ ਦੇਖਭਾਲ ਕੀਤੀ ਜਾਂਦੀ ਹੈ। ਭਾਰਤ ਚੀਨ ਤੋਂ ਬਾਅਦ ਦੁਨੀਆ ਦੇ ਵਿੱਚ ਫਲਾਂ ਅਤੇ ਸਬਜ਼ੀਆਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਸਭ ਤੋਂ ਪਹਿਲੇ ਨੰਬਰ 'ਤੇ ਚੀਨ ਆਉਂਦਾ ਹੈ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਕ ਵਿੱਚ, ਅਤੇ ਉਸ ਤੋਂ ਬਾਅਦ ਭਾਰਤ ਆਉਂਦਾ ਹੈ। ਭਾਰਤ ਵਿੱਚ ਕੁੱਲ ਆਬਾਦੀ ਦਾ ਲਗਭਗ 55 ਤੋਂ 60% ਖੇਤੀਬਾੜੀ ਅਤੇ ਇਸ ਦੇ ਨਾਲ ਜੁੜੇ ਕੰਮਾਂ 'ਤੇ ਨਿਰਭਰ ਕਰਦਾ ਹੈ। ਉਹਦੇ ਵਿੱਚ ਬਾਗਬਾਨੀ ਫਸਲਾਂ ਇਹਦਾ ਮਹੱਤਵਪੂਰਨ ਹਿੱਸਾ ਹਨ। ਬਾਗਬਾਨੀ ਸ਼ਬਦ ਜਾਣੀ ਕਿ ਹੌਰਟੀਕਲਚਰ ਵਰਡ, ਇਹ ਕਿੱਥੋਂ ਲਿਆ ਗਿਆ ਹੈ? ਇਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ। ਹੌਰਟੀਕਲਚਰ ਲਾਤੀਨੀ ਭਾਸ਼ਾ ਤੋਂ ਸ਼ਬਦ ਲਿਆ ਗਿਆ ਹੈ ਹੌਰਟੀ। ਹੌਰਟੀ ਦਾ ਮਤਲਬ ਬਾਗ, ਕਲਚਰ ਦਾ ਮਤਲਬ ਕਾਸ਼ਤ। ਬਾਗ ਦੀ ਕਾਸ਼ਤ ਕਰਨ ਨੂੰ ਹੀ ਹੌਰਟੀਕਲਚਰ ਕਿਹਾ ਜਾਂਦਾ ਹੈ, ਜਿਸ ਨੂੰ ਪੰਜਾਬੀ 'ਚ ਆਪਾਂ ਬਾਗਬਾਨੀ ਕਹਿੰਦੇ ਹਾਂ। ਇਹਦੀਆਂ ਕੀ ਵਿਸ਼ੇਸ਼ਤਾਵਾਂ ਨੇ? ਬਾਗਬਾਨੀ ਫਸਲਾਂ ਰੁਜ਼ਗਾਰ ਪੈਦਾ ਕਰਦੇ ਹਨ। ਵਿਭਿੰਨ ਮੁਦਰਾ ਅਤੇ ਵਧੇਰੇ ਉਤਪਾਦਨ, ਨਿਰਯਾਤ ਦੀ ਕਮਾਈ ਕਰਕੇ ਰੁਜ਼ਗਾਰ ਪੈਦਾ ਕਰਨ ਦਾ ਇਹ ਸਾਧਨ ਹਨ। ਬਾਗਬਾਨੀ ਫਸਲਾਂ ਵਿੱਚ ਪਰਿਵਰਤਨ ਦਾ ਇੱਕ ਸਰੋਤ ਹਨ ਖੇਤ ਉਤਪਾਦਨ ਅਤੇ ਭੋਜਨ। ਬਾਗਬਾਨੀ ਫਸਲਾਂ ਨਾਲ ਜੋ ਆਪਾਂ ਫਲ ਅਤੇ ਸਬਜ਼ੀਆਂ ਉਗਾਉਂਦੇ ਹਾਂ, ਉਹਦੇ ਵਿੱਚ ਆਪਾਂ ਨੂੰ ਵਿਟਾਮਿਨ, ਖਣਿਜ, ਪੌਸ਼ਟਿਕ ਤੱਤ, ਸੁਆਦ, ਖੁਸ਼ਬੂ, ਜੋ ਆਪਣੀ ਸਿਹਤ ਲਈ ਫਾਇਦੇਮੰਦ ਹਨ, ਸਾਰੇ ਮਿਸ਼ਰਣ ਮਿਲ ਜਾਂਦੇ ਹਨ। ਇਹਨਾਂ ਤੋਂ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ ਅਤੇ ਇਹ ਫਸਲਾਂ ਆਪਣੇ ਵਾਤਾਵਰਣ ਲਈ ਅਨੁਕੂਲ ਵੀ ਹਨ। ਇਹ ਫਸਲਾਂ ਸਾਲਾਨਾ ਵੀ ਹੁੰਦੀਆਂ ਹਨ ਅਤੇ ਸਬਜ਼ੀਆਂ ਦੀ ਫਸਲਾਂ ਸਾਲਾਨਾ ਅਤੇ ਫਲਾਂ ਦੀ ਫਸਲਾਂ ਕਈ ਸਾਲ ਵੀ ਲੈ ਜਾਂਦੀਆਂ ਹਨ। ਬਾਗਬਾਨੀ ਫਸਲਾਂ ਖੇਤਾਂ ਦੀ ਫਸਲਾਂ ਨਾਲੋਂ ਵਧੇਰੇ ਲਾਭਦਾਇਕ ਵੀ ਹੈ, ਕੁਆਂਟਿਟੀ ਦੇ ਵਿੱਚ ਵੀ ਜ਼ਿਆਦਾ ਆ, ਅਤੇ ਇਹਦੇ ਆਯਾਤ ਨਿਰਯਾਤ ਵੱਲੋਂ ਪੈਸੇ ਦਾ ਸਾਧਨ ਜੋ ਬਣਦਾ ਹੈ ਉਹ ਵੀ ਇਹਦਾ ਜ਼ਿਆਦਾ ਹੈ। ਉਦਾਹਰਨ ਦੇ ਤੌਰ 'ਤੇ ਲੈ ਲਈਏ ਝੋਨੇ ਦੀ ਫਸਲ, ਇਹ ਵੱਧ ਤੋਂ ਵੱਧ 30 ਕੁਆਂਟਲ ਇੱਕ ਹੈਕਟੇਅਰ ਦੇ ਵਿੱਚੋਂ ਨਿਕਲਦੀ ਹੈ, ਜਦੋਂ ਕਿ ਕੇਲੇ ਦੀ ਫਸਲ 300 ਤੋਂ 450 ਕੁਆਂਟਲ ਇੱਕ ਹੈਕਟੇਅਰ ਵਿੱਚੋਂ ਨਿਕਲ ਜਾਂਦੀ ਹੈ ਅਤੇ ਅੰਗੂਰ ਦੀ 90 ਤੋਂ 150। ਇਸ ਲਈ ਬਾਗਬਾਨੀ ਫਸਲਾਂ ਦੀ ਜੋ ਈਲਡ ਹੈ ਉਹ ਦੂਜੀਆਂ ਫਸਲਾਂ ਨਾਲੋਂ ਵਧੇਰੇ ਹੈ। ਅਤੇ ਬਾਗਬਾਨੀ ਫਸਲਾਂ ਦੀ ਜੇ ਮੌਜੂਦਾ ਸਥਿਤੀ ਦੇਖੀ ਜਾਵੇ ਤਾਂ ਇਹ 24 ਮਿਲੀਅਨ ਹੈਕਟੇਅਰ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ। ਭਾਰਤ ਦੇ ਕੁੱਲ ਫਸਲੀ ਖੇਤਰ ਦਾ ਲਗਭਗ 7% ਹੈ। ਸਾਲਾਨਾ ਬਾਗਬਾਨੀ ਉਤਪਾਦਨ ਦਾ ਅਨੁਮਾਨ ਲਗਭਗ 295 ਮਿਲੀਅਨ ਟਨ ਹੈ, ਜਿਸ ਵਿੱਚ 175 ਮਿਲੀਅਨ ਟਨ ਸਬਜ਼ੀਆਂ, 92 ਮਿਲੀਅਨ ਟਨ ਫਲ ਹਨ। ਹੁਣ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਬਾਗਬਾਨੀ ਫਸਲਾਂ ਕਿਹੜੀਆਂ ਮਸ਼ਹੂਰ ਹਨ, ਕਿਹੜੀਆਂ ਦੀ ਪੈਦਾਵਾਰ ਜ਼ਿਆਦਾ ਹੈ, ਆਓ ਪੜ੍ਹਦੇ ਹਾਂ। ਉੱਤਰੀ ਖੇਤਰ ਵੱਲ ਦੇਖੀਏ ਤਾਂ ਹਰਿਆਣੇ ਦੇ ਵਿੱਚ ਬੋਟਲ ਲੌਕੀ, ਮੈਰੀਗੋਲਡ, ਹਿਮਾਚਲ ਪ੍ਰਦੇਸ਼ 'ਚ ਸੇਬ, ਆਲੂ, ਜੰਮੂ ਕਸ਼ਮੀਰ ਦੇ ਵਿੱਚ ਸੇਬ, ਪੰਜਾਬ ਨਿੰਬੂ ਫਸਲ, ਉੱਤਰਾਖੰਡ ਆਲੂ,
ਉੱਤਰ ਪ੍ਰਦੇਸ਼ ਅੰਬ, ਕੇਲਾ, ਆਲੂ, ਮਿੱਠਾ ਆਲੂ ਜੋ ਕਿ LR ਹੁੰਦਾ ਹੈ। ਤਰਬੂਜ, ਬੋਟਲ ਲੌਕੀ, ਜਰਮਨ। ਰਾਜਸਥਾਨ 'ਚ ਅਨਾਰ, ਪਿਆਜ਼, ਕੰਦ। ਪੱਛਮੀ ਹਿੱਸੇ ਵੱਲ ਦੇਖੀਏ ਤਾਂ ਛੱਤੀਸਗੜ੍ਹ ਦੇ ਵਿੱਚ ਬੋਟਲ ਲੌਕੀ, ਗੁਲਾਬ। ਗੋਆ ਵੱਲ ਨਾਰੀਅਲ, ਕਾਜੂ ਆਦਿ। ਗੁਜਰਾਤ ਵੱਲ ਦੇਖੀਏ ਕੇਲਾ, ਪਪੀਤਾ, ਅਨਾਰ, ਆਲੂ, ਪਿਆਜ਼, ਟਮਾਟਰ, ਮੈਰੀਗੋਲਡ ਆਦਿ। ਮਹਾਰਾਸ਼ਟਰ ਦੇ ਵਿੱਚ ਵੀ ਵਧੇਰੇ ਹੁੰਦੀਆਂ ਹਨ ਅੰਬ, ਕੇਲਾ, ਅੰਗੂਰ, ਨਿੰਬੂ, ਅਨਾਰ, ਮਿਰਚ, ਪਿਆਜ਼, ਗੁਲਾਬ ਆਦਿ। ਮੱਧ ਪ੍ਰਦੇਸ਼ ਦੇ ਵਿੱਚ ਵੀ ਸੇਮ ਪਾਈਆਂ ਜਾਂਦੀਆਂ ਹਨ। ਦੱਖਣੀ ਹਿੱਸੇ ਵੱਲ ਦੇਖੀਏ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਤਕਰੀਬਨ ਸਾਰੀਆਂ ਬਾਗਬਾਨੀਆਂ ਆ ਜਾਂਦੀਆਂ ਹਨ ਅੰਬ, ਕੇਲਾ, ਅੰਗੂਰ, ਨਿੰਬੂ, ਪਪੀਤਾ, ਮੈਰੀਗੋਲਡ, ਟਮਾਟਰ ਆਦਿ। ਕਰਨਾਟਕ ਦੇ ਵਿੱਚ ਵੀ ਸੇਮ ਪਾਈਆਂ ਜਾਂਦੀਆਂ ਹਨ। ਕੇਰਲਾ ਦੇ ਵਿੱਚ ਕੇਲਾ, ਨਾਰੀਅਲ ਸਭ ਤੋਂ ਵੱਧ ਪਾਇਆ ਜਾਂਦਾ ਹੈ। ਤਮਿਲਨਾਡੂ ਦੇ ਵਿੱਚ ਕੇਲਾ, ਪਪੀਤਾ, ਸਪੇਟਾ ਆਦਿ। ਤੇਲੰਗਾਨਾ ਦੇ ਵਿੱਚ ਵੀ ਅੰਬ, ਨਿੰਬੂ, ਟਮਾਟਰ। ਪੂਰਬੀ ਹਿੱਸੇ ਦੀ ਗੱਲ ਕਰੀਏ ਤਾਂ ਅੰਡੇਮਾਨ ਅਤੇ ਨਿਕੋਬਾਰ ਦੇ ਵਿੱਚ ਨਾਰੀਅਲ। ਬਿਹਾਰ ਅੰਬ, ਮਿਰਚ, ਆਲੂ, ਪਿਆਜ਼, ਬੋਟਲ ਲੌਕੀ। ਪੱਛਮੀ ਬੰਗਾਲ ਦੇ ਵਿੱਚ ਨਾਰੀਅਲ, ਆਲੂ, ਮਿੱਠੇ ਆਲੂ ਯਾਨੀ ਕਿ LR ਆਲੂ, ਤਰਬੂਜ, ਗੁਲਾਬ, ਮੈਰੀਗੋਲਡ। ਉੜੀਸਾ ਦੇ ਵਿੱਚ ਨਾਰੀਅਲ, ਮਿੱਠਾ ਆਲੂ, ਤਰਬੂਜ, ਬੋਟਲ ਲੌਕੀ। ਉੱਤਰ ਪੂਰਬੀ ਰਾਜ ਵੱਲ ਦੇਖੀਏ ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹਲਦੀ, ਅਦਰਕ। ਅਸਾਮ ਦੇ ਵਿੱਚ ਕੇਲਾ, ਪਪੀਤਾ, ਅਨਾਰ, ਨਾਰੀਅਲ। ਮੇਘਾਲਿਆ ਦੇ ਵਿੱਚ ਪਪੀਤਾ, ਰੇਕਨੋਟ, ਅਦਰਕ। ਸਿੱਕਿਮ ਦੇ ਵਿੱਚ ਅਦਰਕ। ਤ੍ਰਿਪੁਰਾ ਦੇ ਵਿੱਚ ਪਪੀਤਾ, ਰੇਕਨੋਟ, ਹਲਦੀ। ਜੇ ਦੇਖਿਆ ਜਾਵੇ ਬਾਗਬਾਨੀ ਫਸਲਾਂ ਤੋਂ ਆਪਾਂ ਹੋਰ ਕੀ ਰੁਜ਼ਗਾਰ ਲੈ ਸਕਦੇ ਹਾਂ, ਇਹਦੇ ਨਰਸਰੀ ਦੇ ਕੰਮਾਂ ਦੇ ਵਿੱਚ ਕੀ ਰੁਜ਼ਗਾਰ ਨੇ। ਇਹਦੇ ਤਹਿਤ ਅਲੱਗ-ਅਲੱਗ ਨੌਕਰੀਆਂ 'ਤੇ ਵੀ ਰੱਖਿਆ ਜਾ ਸਕਦਾ ਹੈ, ਜਿਵੇਂ ਕਿ ਨਰਸਰੀ ਮੈਨੇਜਰ ਜੋ ਕਿ ਸਾਰੀ ਨਰਸਰੀ ਦਾ ਤਾਲਮੇਲ ਕਰਦਾ ਹੈ। ਪ੍ਰਚਾਰਕ ਜੋ ਕਿ ਪੌਦੇ ਲਾਉਣਾ, ਉਹਨਾਂ ਦਾ ਮਟੀਰੀਅਲ ਵਿਕਸਿਤ ਕਰਦਾ ਹੈ। ਫੀਲਡ ਸੁਪਰਵਾਈਜ਼ਰ ਦਾ ਕੰਮ ਹੁੰਦਾ ਨਿਗਰਾਨੀ ਰੱਖਣਾ ਅਤੇ ਪਲਾਨ ਯਾਨੀ ਕਿ ਯੋਜਨਾ ਬਣਾਉਣਾ। ਪੌਦਾ ਟੈਕਨੀਸ਼ੀਅਨ ਇਹ ਸਲਾਹ ਦਿੰਦਾ ਹੈ ਅਤੇ ਮਾਰਗਦਰਸ਼ਨ ਕਰਦਾ ਹੈ। ਪੌਦੇ ਦੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ, ਪੈਦਾਵਾਰ ਕਿਵੇਂ ਕਰਨੀ ਹੈ, ਇਹਨਾਂ ਨੂੰ ਵੀਡ ਤੋਂ ਕਿਵੇਂ ਬਚਾਉਣਾ ਹੈ। ਸੇਲਜ਼ ਪਰਸਨ ਜੋ ਕਿ ਪ੍ਰਚਾਰਕ ਅਤੇ ਵਿਕਰੀ ਦਾ ਕੰਮ ਕਰਦਾ ਹੈ। ਮੈਦਾਨ ਘਾਹ ਦਾ ਕੰਮ ਲੈਂਡਸਕੇਪ ਟੈਕਨੀਸ਼ੀਅਨ ਹੁੰਦੇ ਹਨ। ਗੋਲਡ ਹੁਣ ਜੇ ਗੱਲ ਕਰੀਏ ਇਹਦੀਆਂ ਟਾਈਪਸ, ਇਹਦੀਆਂ ਸ਼ਾਖਾਵਾਂ ਦੀ, ਜੋ ਕਿ ਬੇਸਿਕ ਜਿਹੇ ਕੁਐਸਚਨ ਇਹਦੇ ਵਿੱਚੋਂ ਆ ਸਕਦੇ ਹਨ, ਜਿਵੇਂ ਕਿ ਪੋਮੋਲੋਜੀ, ਓਲੇਰੀਕਲਚਰ, ਫਲੋਰੀਕਲਚਰ। ਇਹਦੀਆਂ ਮੇਨ ਸ਼ਾਖਾਵਾਂ ਹਨ। ਪੋਮੋਲੋਜੀ ਕੀ ਹੈ? ਪੋਮੋਲੋਜੀ ਵੀ ਲਤੀਨੀ ਸ਼ਬਦ ਤੋਂ ਲਿਆ ਗਿਆ ਹੈ, ਪੋਮੋ ਅਤੇ ਲੋਗਸ। ਪੋਮੋ ਦਾ ਮਤਲਬ ਹੈ ਫਲ, ਲੋਗੋਸ ਦਾ ਮਤਲਬ ਹੈ ਨੌਲੇਜ, ਮਤਲਬ ਗਿਆਨ। ਫਲਾਂ ਦੇ ਗਿਆਨ ਨੂੰ ਹੀ ਪੋਮੋਲੋਜੀ ਕਿਹਾ ਜਾਂਦਾ ਹੈ। ਇਹਦੇ ਉੱਤੇ ਵਿਗਿਆਨੀ ਤੌਰ 'ਤੇ ਅਧਿਐਨ ਕੀਤਾ ਜਾਂਦਾ ਹੈ। ਓਲੇਰੀਕਲਚਰ ਕੀ ਹੈ? ਓਲੇਰੀਕਲਚਰ ਵੀ ਲਤੀਨੀ ਭਾਸ਼ਾ ਤੋਂ ਲਿਆ ਗਿਆ ਹੈ। ਓਲੇਰਸ ਮਤਲਬ ਸਬਜ਼ੀਆਂ, ਕਲਚਰ ਮਤਲਬ ਕਾਸ਼ਤ ਕਰਨਾ। ਫਲੋਰੀਕਲਚਰ ਵੀ ਲਤੀਨੀ ਭਾਸ਼ਾ ਤੋਂ ਲਿਆ ਗਿਆ ਹੈ। ਫਲੋਰ ਦਾ ਮਤਲਬ ਹੁੰਦਾ ਹੈ ਫੁੱਲ ਅਤੇ ਕਲਚਰ ਦਾ ਮਤਲਬ ਕਾਸ਼ਤ। ਇੱਕ ਚੀਜ਼ ਹਮੇਸ਼ਾ ਯਾਦ ਰੱਖਣਾ, ਪ੍ਰਸ਼ਨ ਹਮੇਸ਼ਾ ਬਣਦਾ ਹੁੰਦਾ ਹੈ ਫਲ ਅਤੇ ਫੁੱਲ। ਫਲ ਦਾ ਮਤਲਬ ਹੈ ਪੋਮੋ, ਫੁੱਲ ਦਾ ਮਤਲਬ ਹੈ ਫਲੋਰੀਕਲਚਰ ਮਤਲਬ ਫੁੱਲ ਦੀ ਕਾਸ਼ਤ, ਪੋਮੋਲੋਜੀ ਮਤਲਬ ਫਲਾਂ ਦੀ ਨੌਲੇਜ। ਇਸਦੇ ਵਿੱਚ ਵਾਢੀ ਤੋਂ ਬਾਅਦ ਕੀ ਤਕਨੋਲੋਜੀ ਯੂਜ਼ ਕੀਤੀ ਜਾਂਦੀ ਹੈ, ਇਹਨੂੰ ਸੰਭਾਲਣਾ, ਇਹਦੀ ਪੈਕਿੰਗ ਕਰਨਾ, ਇਹਨੂੰ ਟਰਾਂਸਪੋਰਟ ਕਰਨਾ, ਇਹ ਸਭ ਵੀ ਇਹਦੇ ਵਿੱਚ ਆ ਜਾਂਦੇ ਹਨ। ਜੇ ਫਲਾਂ ਅਤੇ ਸਬਜ਼ੀਆਂ ਦੇ ਅੰਤਰ ਦੀ ਗੱਲ ਕਰੀਏ ਤਾਂ ਜੋ ਫਲ ਹਨ ਇਹ ਕਈ ਸਾਲਾਂ ਦੇ ਵਿੱਚ ਵੀ ਹੁੰਦੇ ਹਨ ਅਤੇ ਸਬਜ਼ੀਆਂ ਸਾਲਾਨਾ ਹੁੰਦੀਆਂ ਹਨ। ਫਲਾਂ ਦੇ ਪੌਦੇ ਆਮ ਤੌਰ 'ਤੇ ਸੁੱਕੇ ਸੁਭਾਅ ਦੇ ਹੁੰਦੇ ਹਨ ਅਤੇ ਸਬਜ਼ੀਆਂ ਦੇ ਪੌਦੇ ਆਮ ਤੌਰ 'ਤੇ ਜੜੀ ਬੂਟੀਆਂ ਅਤੇ ਸਕੂਲੇਟਾਂ ਹੁੰਦੇ ਹਨ। ਫਲਾਂ ਦੇ ਪੌਦਿਆਂ ਦੀ ਵਿਸ਼ੇਸ਼ ਸੱਭਿਆਚਾਰਕ ਅਭਿਆਸ ਦੀ ਲੋੜ ਹੁੰਦੀ ਹੈ, ਭਾਵ ਸਿਖਲਾਈ, ਕਟਾਈ ਆਦਿ। ਸਬਜ਼ੀਆਂ ਮੌਸਮੀ ਹੁੰਦੀਆਂ ਹਨ,
ਇਹ ਕੁਝ ਫਸਲਾਂ ਵਿੱਚ ਸਿਰਫ ਸਟੇਕਿੰਗ ਅਤੇ ਛਾਂਗਣ ਦੀ ਜ਼ਰੂਰਤ ਹੁੰਦੀ ਹੈ। ਫਲ ਜ਼ਿਆਦਾਤਰ ਪੱਕਣ ਤੋਂ ਬਾਅਦ ਤਾਜ਼ੇ ਖਪਤ ਕੀਤੇ ਜਾਂਦੇ ਹਨ। ਜ਼ਿਆਦਾਤਰ ਸਬਜ਼ੀਆਂ ਖਪਤ ਲਈ ਖਾਣਾ ਪਕਾਉਣ ਦੀ ਲੋੜ ਹੁੰਦੀ ਹੈ। ਆਓ ਹੁਣ ਦੇਖਦੇ ਹਾਂ ਉਹਨਾਂ ਦੇ ਵਿੱਚੋਂ ਕੀ ਪ੍ਰਸ਼ਨ ਬਣਦੇ ਹਨ। ਹਾਰਟੀਕਲਚਰ ਦੇ ਰਿਗਾਰਡਿੰਗ ਕੀ ਕੁਝ ਕੁਐਸਚਨ ਆਨਸਰ ਬਣਦੇ ਹਨ। ਜਿਵੇਂ ਕਿ ਪਹਿਲਾ ਪ੍ਰਸ਼ਨ ਹੈ, ਭਾਰਤ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਕ ਤੌਰ 'ਤੇ ਕਿੰਨਵੇਂ ਸਥਾਨ 'ਤੇ ਹੈ? ਆਪਸ਼ਨ 1 ਦੂਜੇ, ਆਪਸ਼ਨ 2 ਪਹਿਲੇ, ਆਪਸ਼ਨ 3 ਤੀਜੇ, ਆਪਸ਼ਨ 4 ਚੌਥੇ। ਇਹਦਾ ਸਹੀ ਆਨਸਰ ਹੈ ਦੂਜੇ ਸਥਾਨ 'ਤੇ, ਕਿਉਂਕਿ ਪਹਿਲੇ ਸਥਾਨ 'ਤੇ ਚੀਨ ਹੈ। ਬਾਗਬਾਨੀ ਯਾਨੀ ਕਿ ਹਾਰਟੀਕਲਚਰ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਇਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ। ਬਾਗਬਾਨੀ ਸ਼ਬਦ ਵਿੱਚ ਕਿਹੜੇ ਮਿਸ਼ਰਣ ਹੁੰਦੇ ਹਨ? ਸਵਾਦ। ਬਾਗਬਾਨੀ ਫਸਲਾਂ ਵਿੱਚ ਕਿਹੜੇ ਮਿਸ਼ਰਣ ਹੁੰਦੇ ਹਨ? ਸਵਾਦ, ਪੌਸ਼ਟਿਕ ਤੱਤ, ਵਿਟਾਮਿਨ ਜਾਂ ਉਪਰੋਕਤ ਸਾਰੇ। ਇਹ ਸਾਰੇ ਹੀ ਤੱਤ ਪਾਏ ਜਾਂਦੇ ਹਨ, ਸਾਰੇ ਹੀ ਮਿਸ਼ਰਣ ਪਾਏ ਜਾਂਦੇ ਹਨ, ਇਸ ਲਈ ਆਪਾਂ ਆਪਸ਼ਨ ਨੰਬਰ 4 ਲਗਾਵਾਂਗੇ। ਭਾਰਤ ਵਿੱਚ ਬਾਗਬਾਨੀ ਫਸਲਾਂ ਦੀ ਕਾਸ਼ਤ ਕਿੰਨੇ ਮਿਲੀਅਨ ਹੈਕਟੇਅਰ ਹੈ? ਇਹ 24 ਮਿਲੀਅਨ ਹੈਕਟੇਅਰ ਹੈ। ਜੰਮੂ ਕਸ਼ਮੀਰ ਦਾ ਪ੍ਰਮੁੱਖ ਬਾਗਬਾਨੀ ਫਸਲ ਕਿਹੜੀ ਹੈ? ਸੇਬ। ਪੋਮੋਲੋਜੀ ਵਿੱਚ ਪੋਮੋ ਦਾ ਮਤਲਬ ਕੀ ਹੈ? ਫਲ। ਸਾਰੀ ਨਰਸਰੀ ਦਾ ਤਾਲਮੇਲ ਕਰਨ ਵਾਲੇ ਨੂੰ ਕੀ ਕਹਿੰਦੇ ਹਨ? ਨਰਸਰੀ ਮੈਨੇਜਰ। ਇਹ ਸੀ ਤੁਹਾਡੇ ਬਾਗਬਾਨੀ ਦੀ ਹਾਰਟੀਕਲਚਰ ਦੀ ਬੇਸਿਕ ਨੌਲੇਜ, ਜਿਹਦੇ ਰਿਗਾਰਡਿੰਗ ਤੁਹਾਨੂੰ PDF ਗਰੁੱਪ ਦੇ ਵਿੱਚ ਪਾਈ ਜਾ ਰਹੀ ਹੈ। ਇਸ ਨੂੰ ਪੜ੍ਹੋ, ਰਿਕਾਰਡਿੰਗ ਸੁਣੋ, ਕਾਪੀ 'ਤੇ ਨੋਟ ਕਰੋ, ਰਿਵਾਈਜ਼ ਕਰੋ। ਇਹਦੇ ਵਿੱਚੋਂ ਹੀ ਤੁਹਾਨੂੰ ਕੱਲ੍ਹ ਪੇਪਰ ਆਉਣਾ ਹੈ, ਇਸ ਤੋਂ ਬਾਹਰ ਕੁਛ ਨਹੀਂ ਆਏਗਾ। ਇਸ ਨੂੰ ਪੜ੍ਹੋ ਅਤੇ ਕਾਪੀ 'ਤੇ ਨੋਟ ਕਰਕੇ ਰਿਵੀਜ਼ਨ ਕਰੋ। ਥੈਂਕ ਯੂ।